अस्सलाम वालेकुम। सुप्रीम कोर्ट ने कल एक वजाहत जारी की थी। वजाहत की है चंगा भला सख्त आर्डर कह लो तुसी और इलैक्शन कमीशन ਨੂੰ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ 12 ਜੁਲਾਈ ਨੂੰ ਅਸੀਂ ਇੱਕ ਫੈਸਲਾ ਕੀਤਾ ਸੀ ਔਰ ਉਸ ਫੈਸਲੇ 'ਚ ਕਿਹਾ ਗਿਆ ਸੀ ਕਿ ਅਸੈਂਬਲੀ ਦੇ ਵਿੱਚ ਜਿਹੜੇ ਲੋਕ ਆਏ ਨੇ ਆਜ਼ਾਦ ਹੈਸੀਅਤ ਦੇ ਵਿੱਚ ਉਹ ਅਗਰ ਆਪਣੇ ਸਰਟੀਫਿਕੇਟ ਨਾਲ ਲਗਾ ਦੇਣ ਕਿ ਉਹ ਕਿਹੜੀ ਜਮਾਤ ਦੇ ਨਾਲ ਉਹਨਾਂ ਦਾ ਤਲਕ ਹੈ ਤੇ ਉਹਨਾਂ ਨੂੰ ਉਸ ਜਮਾਤ ਦਾ ਮੈਂਬਰ ਤਸਲੀਮ ਕੀਤਾ ਜਾਵੇ। ਅੱਛਾ, ਸੁਪਰੀਮ ਕੋਰਟ ਦੇ ਇਸ ਆਰਡਰ ਤੋਂ ਬਾਅਦ ਤਹਿਰੀਕੇ ਇਨਸਾਫ ਦੇ ਜਿਹੜੇ ਮੈਂਬਰ ਸਨ ਜਿਨ੍ਹਾਂ ਨੂੰ ਆਜ਼ਾਦ ਕਿਹਾ ਗਿਆ ਸੀ ਜਾਂ ਸੁੰਨੀ ਇਤਿਹਾਦ ਕੌਂਸਲ ਦਾ ਮੈਂਬਰ ਪਹਿਲੇ ਜ਼ਾਹਿਰ ਕੀਤਾ ਗਿਆ ਸੀ, ਉਹਨਾਂ ਸਾਰਿਆਂ ਨੇ ਸਰਟੀਫਿਕੇਟ ਲਗਾਏ ਔਰ ਇਲੈਕਸ਼ਨ ਕਮਿਸ਼ਨ 'ਚ ਜਮ੍ਹਾਂ ਕਰਾ ਦਿੱਤੇ। ਇਲੈਕਸ਼ਨ ਕਮਿਸ਼ਨ ਨੇ ਕਿਹਾ ਜੀ ਕਿ ਜਿਹੜਾ ਤਹਿਰੀਕੇ ਇਨਸਾਫ ਜਮਾਤ ਤਾਂ ਹੈਗੀ ਹੈ ਲੇਕਿਨ ਇਸ ਜਮਾਤ ਦੀ ਕੋਈ ਤਨਜ਼ੀਮ ਨਹੀਂ ਹੈਗੀ ਤੇ ਇਸ ਵਾਸਤੇ ਇਹਨਾਂ ਨੂੰ ਅਸੀਂ ਮੈਂਬਰ ਨਹੀਂ ਮੰਨਦੇ ਤਹਿਰੀਕੇ ਇਨਸਾਫ ਦਾ। ਅੱਛਾ, ਇਹ ਕਹਿਣ ਦੇ ਪਿੱਛੇ ਲਾਜਿਕ ਕੀ ਸੀ? ਲਾਜਿਕ ਇਹ ਹੈਗੀ ਸੀ ਕਿ ਤਹਿਰੀਕੇ ਇਨਸਾਫ ਨੂੰ ਜਿਹੜੀਆਂ ਮਖਸੂਸ ਨਸ਼ਿਸਤਾਂ ਮਿਲਦੀਆਂ ਸੀ ਪਾਰਲੀਮੈਂਟ ਦੇ ਵਿੱਚ, ਕੌਮੀ ਅਸੈਂਬਲੀ 'ਚ, ਉਹ ਨਾ ਮਿਲਣ ਜਾਂ ਉਹਨਾਂ ਦੀ ਤਾਦਾਦ ਘੱਟ ਜਾਵੇ, ਇਹ ਲਾਜਿਕ ਸੀ। ਤੇ ਮਾਹਿਰੀਨ ਜਿਹੜੇ ਨੇ ਉਹ ਇਲੈਕਸ਼ਨ ਕਮਿਸ਼ਨ ਦੀ ਮੁਸਲਸਲ ਜਿਹੜੀ ਕਾਰਕਰਦਗੀ ਔਰ ਹਕਮਤ ਅਮਲੀ ਹੈਗੀ ਹੈ ਉਹਨੂੰ ਆਇਨ ਔਰ ਕਾਨੂੰਨ ਦੇ ਹਵਾਲੇ ਨਾਲ ਜਾਂਚਣ ਡਏ ਨੇ ਔਰ ਉਹਨਾਂ ਦਾ ਇਹ ਖਿਆਲ ਹੈ ਕਿ ਪਾਕਿਸਤਾਨ ਜਿਹੜੇ ਮੌਜੂਦਾ ਬੁਹਰਾਨ 'ਚੋਂ ਗੁਜ਼ਰ ਰਿਹਾ ਹੈ ਇਹਦੀ ਇੱਕ ਵੱਡੀ ਵਜ੍ਹਾ ਇਲੈਕਸ਼ਨ ਕਮਿਸ਼ਨ ਦਾ ਰਵੱਈਆ ਔਰ ਉਹ ਰੁਕਾਵਟਾਂ ਨੇ ਜਿਹੜੀਆਂ ਉਹ ਜਮਹੂਰੀ ਫੈਸਲਿਆਂ ਦੇ ਉੱਤੇ ਅਮਲ ਦਰਾਮਦ ਤੋਂ ਰੋਕਣ ਵਾਸਤੇ ਕਰ ਰਿਹਾ ਜਾਂ ਅਦਾਲਤੀ ਫੈਸਲਿਆਂ ਨੂੰ ਵੀ ਬਾਜ਼ ਔਕਾਤ ਗੈਰ ਮੁਅੱਸਰ ਕਰਦਾ ਪਿਆ। ਮਿਸਾਲ ਦੇ ਤੌਰ 'ਤੇ ਦੱਸਿਆ ਜਾਂਦਾ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਕਿਹਾ ਪਿਛਲੇ ਚੀਫ ਜਸਟਿਸ ਨੇ ਕਿ ਤੁਸੀਂ ਇਲੈਕਸ਼ਨ ਕਰਾਓ, 2 ਅਸੈਂਬਲੀਆਂ ਤਹਿਲੀਲ ਹੋ ਗਈਆਂ ਸਨ ਅਤੇ ਉਹਨਾਂ ਦੇ ਵਿੱਚ ਇਲੈਕਸ਼ਨ ਦਾ ਕਹੋ ਅਤੇ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਨਹੀਂ ਕਰਾਏ ਔਰ ਫਿਰ ਜਵਾਜ਼ ਉਹਦੇ ਜਦੋਂ ਦੱਸੇ ਮੁਖਤਲਿਫ ਤਰ੍ਹਾਂ ਦੇ। ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਜਦੋਂ ਬੁਲਾਇਆ ਗਿਆ ਤਾਂ ਉਹਨਾਂ ਨੇ ਕਿਹਾ ਜੀ ਕਿ ਸਾਡਾ ਇਖਤਿਆਰ ਹੈ, ਇਹਦੇ ਉੱਤੇ ਕੋਈ ਦੂਸਰਾ ਇਦਾਰਾ ਜਿਹੜਾ ਮੁਦਾਖਲਤ ਨਹੀਂ ਕਰ ਸਕਦਾ। ਖੈਰ, ਉਹ ਟਾਈਮ ਗੁਜ਼ਰਿਆ, ਇਲੈਕਸ਼ਨ ਹੋਏ। ਇਲੈਕਸ਼ਨ ਜਿਸ ਤਰ੍ਹਾਂ ਹੋਏ ਉਹ ਪੂਰੇ ਦਾ ਪੂਰਾ ਪ੍ਰੋਸੈਸ ਮੁਤਨਾਜ਼ਿਆ ਹੈ। ਮੁਸਲਿਮ ਲੀਗ ਨੂਨ ਤੋਂ ਸਿਵਾਏ ਮੇਰਾ ਖਿਆਲ ਹੈ ਕਿ ਕੋਈ ਜਮਾਤ, ਕੋਈ ਐਸਾ ਗਰੋਹ ਨਹੀਂ ਹੈਗਾ ਪਾਕਿਸਤਾਨ ਦੇ ਵਿੱਚ ਜਿਹੜਾ ਇਹਨੂੰ ਸਾਫ਼ ਮੰਨੇ। ਅਤੇ ਕਿਤੇ ਕਿਤੇ ਉਹ ਮੁਸਲਿਮ ਲੀਗ ਵਾਲੇ ਵੀ ਮੂੰਹ 'ਚ ਹੱਥ ਦੇ ਕੇ ਆਪਣੇ 'ਤੇ ਉਹ ਗੱਲ ਕਰਦੇ ਨੇ ਇੰਜ ਦੀ। ਖੈਰ, ਹੁਣ ਜਿਹੜਾ ਮਸਲਾ ਹੋਇਆ ਕਿ ਇਹਨਾਂ ਦਾ ਖਿਆਲ ਹੈ ਕਿ ਅਗਰ ਤਹਿਰੀਕੇ ਇਨਸਾਫ ਨੂੰ ਮਖਸੂਸ ਨਸ਼ਿਸਤਾਂ ਉਹਨਾਂ ਦੇ ਮੈਂਬਰਾਂ ਦੇ ਤਨਾਸਬ ਦੇ ਹਿਸਾਬ ਨਾਲ ਮਿਲ ਜਾਂਦੀਆਂ ਨੇ ਅਤੇ ਫਿਰ ਹਕੂਮਤ ਕੋ 2/3 ਅਕਸਰੀਅਤ ਨਹੀਂ ਰਹਿੰਦੀ ਅਸੈਂਬਲੀ ਦੇ ਵਿੱਚ ਔਰ ਉਹ ਮਰਜ਼ੀ ਦੀ ਕਾਨੂੰਨ ਸਾਜ਼ੀ ਨਹੀਂ ਕਰ ਸਕਦੀ, ਆਇਨ 'ਚ ਤਰਮੀਮ ਨਹੀਂ ਕਰ ਸਕਦੀ। ਅਤੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਹਕੂਮਤ ਨੂੰ 2/3 ਅਕਸਰੀਅਤ ਦਿੱਤੀ ਰੱਖੀਏ। ਇਲੈਕਸ਼ਨ ਕਮਿਸ਼ਨ ਨੇ ਪਿਛਲੇ ਅਸੀਂ ਵੇਖਣ ਨੇ ਤਕਰੀਬਨ ਲਗਭਗ 1 ਸਾਲ ਹੋ ਗਿਆ ਕਿ ਖੈਬਰ ਪਖਤੂਨਖਵਾ ਦੀ ਜਿਹੜੀ ਅਸੈਂਬਲੀ ਹੈ ਉਹ ਵੀ ਮੁੰਤਖਬ ਹੋ ਚੁੱਕੀ ਔਰ ਉੱਥੇ ਮਖਸੂਸ ਨਸ਼ਿਸਤਾਂ ਦਾ ਫੈਸਲਾ ਜਿਹੜਾ ਉਂਝ ਹੀ ਕੀਤਾ ਗਿਆ ਜਿਵੇਂ 12 ਜੁਲਾਈ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਔਰ ਬਾਕੀ ਅਸੈਂਬਲੀਆਂ 'ਚ ਵੀ ਅਮਲ ਦਰਾਮਦ ਹੋ ਗਿਆ। ਇੱਕ ਅਮਲ ਦਰਾਮਦ ਅਗਰ ਨਹੀਂ ਹੋ ਰਿਹਾ ਤਾਂ ਕੌਮੀ ਅਸੈਂਬਲੀ 'ਚ ਨਹੀਂ ਹੋ ਰਿਹਾ ਔਰ ਉਸ ਦੀ ਵਜ੍ਹਾ ਹੈ ਮਰਕਜ਼ ਦੇ ਵਿੱਚ ਜਿਹੜੇ ਇਖਤਿਆਰ ਦੀ ਕਸ਼ਮਕਸ਼ ਇਕਤਦਾਰ ਦੀ ਉਹ ਕਿ ਅਗਰ ਉੱਥੇ ਕਰ ਦਿੱਤਾ ਗਿਆ ਤਾਂ ਤਹਿਰੀਕੇ ਇਨਸਾਫ ਇੱਕ ਮੁਅੱਸਰ ਸਿਆਸੀ ਤਾਕਤ ਦੇ ਤੌਰ 'ਤੇ ਪਾਰਲੀਮੈਂਟ ਦੇ ਅੰਦਰ ਆ ਜਾਏਗੀ। ਇਸੇ ਤਰ੍ਹਾਂ ਅਗਰ KPK ਦੇ ਵਿੱਚ ਸੈਨੇਟ ਦੇ ਇਲੈਕਸ਼ਨ ਕਰਾ ਦਿੱਤੇ ਜਾਣ, ਬਾਕੀ ਸਾਰੇ ਸੂਬਿਆਂ ਦੇ ਵਿੱਚੋਂ ਸੈਨੇਟਰ ਹੈਗੇ ਨੇ ਲੇਕਿਨ KPK ਦੇ ਵਿੱਚੋਂ ਜਿਹੜੇ ਸੈਨੇਟਰ ਰਿਟਾਇਰ ਹੋ ਗਏ ਨੇ ਉਹਨਾਂ ਦੀ ਜਗ੍ਹਾ ਨਵੇਂ ਸੈਨੇਟਰਸ ਦਾ ਇੰਤਖਾਬ ਨਹੀਂ ਹੋਇਆ। ਇਹ ਕੰਮ ਕਿੰਦਾ ਹੈ? ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਕਿ ਉੱਥੇ ਇਲੈਕਸ਼ਨ ਕਰਾਏ, ਲੇਕਿਨ ਇਲੈਕਸ਼ਨ ਕਮਿਸ਼ਨ ਇਹ ਕੰਮ ਨਹੀਂ ਕਰਵਾ ਰਿਹਾ। ਅਗਰ ਉਹ ਵੀ ਇਲੈਕਸ਼ਨ ਹੁੰਦੇ ਨੇ ਔਰ ਤਹਿਰੀਕੇ ਇਨਸਾਫ ਦੇ ਉੱਥੋਂ ਸੈਨੇਟਰ ਆ ਜਾਂਦੇ ਨੇ ਸੈਨੇਟ ਦੇ ਵਿੱਚ ਅਤੇ ਫਿਰ ਹਕੂਮਤ ਵਾਸਤੇ ਮਜ਼ੀਦ ਮੁਸ਼ਕਿਲਾਤ ਹੋ ਸਕਦੀਆਂ, ਸੋ ਉਹਨੂੰ ਵੀ ਰੋਕ ਦਿੱਤਾ ਗਿਆ। ਇਹ ਸਾਰੇ ਜਿਹੜੇ ਇਕਦਾਮਾਤ ਦੇ ਉਹਦੇ ਤੋਂ ਪਤਾ ਕੀ ਲੱਗਦਾ ਪਿਆ, ਅੰਦਾਜ਼ਾ ਇਹ ਹੁੰਦਾ ਪਿਆ ਕਿ ਪਾਕਿਸਤਾਨ ਦੇ ਵਿੱਚ ਜਮਹੂਰੀਅਤ ਜਿਹੜੀ ਹੈ ਜਾਂ ਜਮਹੂਰੀ ਜਿਹੜਾ ਤਸਲਸਲ ਹੈ ਔਰ ਜੋ ਜਮਹੂਰੀ ਫੈਸਲੇ ਨੇ ਉਹਨਾਂ ਦੇ ਉੱਤੇ ਅਮਲ ਦਰਾਮਦ ਨਹੀਂ ਹੋ ਰਿਹਾ ਔਰ ਫੈਸਲਿਆਂ ਦੇ ਉੱਤੇ ਅਮਲ ਦਰਾਮਦ ਨਾ ਹੋਣ ਦੀ ਵਜ੍ਹਾ ਨਾਲ ਹੋ ਇਹ ਰਿਹਾ ਕਿ ਜਮਹੂਰੀਅਤ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ, ਲੋਕ ਆਇਨ 'ਤੇ ਸਵਾਲ ਕਰਨੇ ਸ਼ੁਰੂ ਹੋ ਗਏ ਨੇ। ਯਾਨੀ ਉਹ ਤਾਂ ਲੋਕ ਘੱਟ ਨੇ ਨਾ ਜਿਹੜੇ ਇਹਦੇ ਉੱਤੇ ਗੌਰ ਕਰਨਗੇ ਕਿ ਆਇਨ ਜਿਹੜਾ ਵੇ ਉਹਦੇ ਉੱਤੇ ਅਮਲ ਦਰਾਮਦ ਕੌਣ ਨਹੀਂ ਕਰ ਰਿਹਾ। ਲੋਕ ਇਹ ਵੇਖਦੇ ਕਿ ਆਇਨ ਵੀ ਜਦੋਂ ਮੌਜੂਦ ਹੈ, ਜਦੋਂ ਪਾਰਲੀਮੈਂਟ ਮੌਜੂਦ ਹੈ, ਜਦੋਂ ਹਕੂਮਤ ਨਾਮੀ ਇੱਕ ਇਦਾਰਾ ਮੌਜੂਦ ਹੈਗਾ ਹੈ, ਜਦੋਂ ਅਪੋਜੀਸ਼ਨ ਮੌਜੂਦ ਹੈ, ਅਤੇ ਫਿਰ ਆਇਨ ਦੀ ਖਿਲਾਫ ਵਰਜ਼ੀ ਕਿਵੇਂ ਹੋ ਸਕਦੀ ਹੈ?
ਤੇ ਆਇਨ ਦੇ ਖਿਲਾਫ ਵਰਜ਼ੀ ਤਾਂ ਸਾਰੇ ਕਰਨ ਡਏ ਨੇ। ਔਰ ਵਿੱਚ ਲੋਕ ਆਰਟੀਕਲ 6 ਦਾ ਵੀ ਹਵਾਲਾ ਦਿੰਦੇ ਨੇ, ਲੇਕਿਨ ਜਿਨ੍ਹਾਂ ਉੱਤੇ ਲੱਗ ਸਕਦਾ ਹੈ ਆਰਟੀਕਲ 6 ਉਹਦੇ ਹਵਾਲੇ ਨਾਲ ਕੋਈ ਨਹੀਂ ਗੱਲ ਕਰਦਾ। ਮੇਰਾ ਜ਼ਾਤੀ ਖਿਆਲ ਹੈ ਕਿ ਅਗਰ ਚੀਫ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਕੋਈ ਗੈਰ ਜਾਨਬਦਾਰੀ ਨਾਲ ਵੇਖੇ ਤੇ ਆਰਟੀਕਲ 6 ਉਹਨਾਂ ਦੇ ਉੱਤੇ ਲੱਗਦਾ ਹੈ। ਉਹਨਾਂ ਨੇ ਆਇਨ ਤੋੜਿਆ ਕਈ ਜਗ੍ਹਾ 'ਤੇ, ਔਰ ਉਹ ਕਈ ਵਾਰ ਉਹਨਾਂ ਦੀ ਵਜ੍ਹਾ ਨਾਲ ਪਾਰਲੀਮੈਂਟ, ਜਮਹੂਰੀ ਨਿਜ਼ਾਮ ਔਰ ਆਇਨ ਜਿਹੜਾ ਹੈ ਉਹ ਮੁਸ਼ਕਲ ਦਾ ਸ਼ਿਕਾਰ ਹੋਇਆ। ਉਹ ਹੁਣ ਜਦੋਂ ਸੁਪਰੀਮ ਕੋਰਟ ਨੇ ਕੱਲ੍ਹ ਦੀ ਸਮਾਅਤ ਦੇ ਵਿੱਚ ਕਿਹਾ ਕਿ ਇਸ ਫੈਸਲੇ ਦੇ ਉੱਤੇ ਅਮਲ ਦਰਾਮਦ ਕਰੋ ਜਿਹੜਾ ਅਸੀਂ 12 ਜੁਲਾਈ ਨੂੰ ਦਿੱਤਾ ਸੀ, ਯਾਨੀ ਜੁਲਾਈ ਤੋਂ ਬਾਅਦ ਹੁਣ 3 ਮਹੀਨੇ ਹੋ ਗਏ ਨੇ, ਅਤੇ ਉਹ ਫੈਸਲੇ ਤੋਂ ਬਾਅਦ ਇਹਦੇ ਉੱਤੇ ਅਮਲ ਦਰਾਮਦ ਹੋਣਾ ਚਾਹੀਦਾ। ਤੁਸੀਂ ਕਿਉਂ ਨਹੀਂ ਤਹਿਰੀਕ ਇਨਸਾਫ ਦੇ ਲੋਕਾਂ ਨੂੰ ਸਰਟੀਫਿਕੇਟ ਦੇ ਬਾਵਜੂਦ ਤਹਿਰੀਕ ਇਨਸਾਫ ਦੇ ਲੋਕ ਮੰਨਣ ਡਏ? ਫਿਰ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਪਹਿਲੇ ਵੀ ਕਹਿ ਚੁੱਕੀ, ਹੁਣ ਵੀ ਕਹਿ ਰਹੀ ਕਿ ਬੈਰਿਸਟਰ ਗੌਹਰ ਜਿਹੜੇ ਨੇ ਉਹ ਉਹਦੇ ਚੇਅਰਮੈਨ ਨੇ ਤਹਿਰੀਕ ਇਨਸਾਫ ਦੇ, ਕਿਉਂਕਿ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੋਇਆ ਉਹਨਾਂ ਨੇ ਜਿਸ ਤਰ੍ਹਾਂ ਕਾਗਜ਼ ਔਰ ਉਹ ਦਿਖਾਏ ਨੇ ਆਪਣੇ ਡਾਕੂਮੈਂਟ, ਉਹਦੇ ਮੁਤਾਬਕ ਉਹ ਚੇਅਰਮੈਨ ਨੇ। ਉਮਰ ਅਯੂਬ ਜਿਹੜੇ ਨੇ ਉਹ ਸੈਕਟਰੀ ਜਨਰਲ ਨੇ, ਅਤੇ ਉਹਨਾਂ ਨੇ ਕਿ ਇਹ ਜਾਇਜ਼ ਹੈ ਉਹਨਾਂ ਦੇ ਅਹੁਦੇ ਔਰ ਇਲੈਕਟਿਡ ਨੇ, ਔਰ ਸੁਪਰੀਮ ਕੋਰਟ ਜਿਹੜਾ ਹੈ ਉਹ ਆਪਣੀਆਂ ਜਿਹੜੀ ਅਮਲ ਦਰਾਮਦ ਕਰਾਏਗੀ। ਔਰ ਉਹਨਾਂ ਕਿ ਅਗਰ ਇਲੈਕਸ਼ਨ ਕਮਿਸ਼ਨ ਇਹਦੇ ਉੱਤੇ ਅਮਲ ਦਰਾਮਦ ਨਹੀਂ ਕਰਦਾ ਕਿ ਤਹਿਰੀਕ ਇਨਸਾਫ ਨੂੰ ਪੂਰੀ ਪੋਲੀਟੀਕਲ ਪਾਰਟੀ ਮੰਨੇ ਔਰ ਜਿਹੜੇ ਇਹਦੇ ਮੈਂਬਰਸ ਨੇ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਤਹਿਰੀਕ ਇਨਸਾਫ ਦਾ ਮੈਂਬਰ ਹੀ ਤਸਲੀਮ ਕੀਤਾ ਜਾਵੇ, ਅਤੇ ਅਗਰ ਇਲੈਕਸ਼ਨ ਕਮਿਸ਼ਨ ਇਹ ਜੇ ਨਹੀਂ ਕਰਦਾ ਤੇ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੇ ਸੰਗੀਨ ਨਤਾਇਜ ਹੋਣਗੇ। ਅੱਛਾ, ਜਦੋਂ ਇਹ ਕਿਹਾ ਤੇ ਇਲੈਕਸ਼ਨ ਕਮਿਸ਼ਨ ਦੇ ਤਰਜਮਾਨ ਨੇ ਨਾਲ ਹੀ ਸਟੇਟਮੈਂਟ ਦੇ ਦਿੱਤੀ ਕਿ ਜਨਾਬ ਇਹ ਤਾਂ ਕੋਈ ਗੱਲ ਨਹੀਂ ਹੋਈ, ਅਸੀਂ ਵੇਖਾਂਗੇ ਕਿ ਕਿਸ ਤਰ੍ਹਾਂ ਅਮਲ ਦਰਾਮਦ ਕਰਾਉਂਦੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਇੱਕ ਆਈਨੀ ਇਦਾਰੇ ਦੇ ਉੱਤੇ ਇਸ ਤਰ੍ਹਾਂ ਤੁਸੀਂ ਦਬਾਅ ਪਾ ਰਹੇ ਜੇ, ਅਤੇ ਉਹਨਾਂ ਅੱਗੇ ਕੋਈ ਧਮਕੀ ਵਗੈਰਾ ਜਿਹੜੀ ਨਾ ਇਹ ਅਸੀਂ ਸਾਨੂੰ ਕਬੂਲ ਨਹੀਂ ਹੈਗੀਆਂ, ਅਤੇ ਅਮਲ ਦਰਾਮਦ ਦੇ ਜ਼ਿੰਮੇਦਾਰ ਉਹਨਾਂ ਕਿ ਇਲੈਕਸ਼ਨ ਕਮਿਸ਼ਨ ਨਹੀਂ ਹੈਗਾ, ਇਹ ਤਹਿਰੀਕ ਇਨਸਾਫ ਹੈਗੀ। ਸੋ ਇਹ ਗੱਲਾਂ ਆਈਆਂ, ਲੇਕਿਨ ਇਹ ਗੱਲਾਂ ਦੇ ਨਾਲ ਮੈਨੂੰ ਇਹ ਲੱਗਾ ਕਿ ਦੋ ਆਈਨੀ ਇਦਾਰੇ ਜਿਹੜੇ ਨੇ, ਯਾਨੀ ਇੱਕ ਪੋਲੀਟੀਕਲ ਕਸ਼ੀਦਗੀ ਤਾਂ ਆਲਰੇਡੀ ਇਸ ਮੁਲਕ ਦੇ ਵਿੱਚ ਹੈਗੀ ਸੀ, ਲੇਕਿਨ ਦੋ ਆਈਨੀ ਇਦਾਰੇ ਜਿਹੜੇ ਨੇ ਉਹ ਇੱਕ ਦੂਸਰੇ ਦੇ ਸਾਹਮਣੇ ਆ ਖਲੋਤੇ ਨੇ। ਔਰ ਇਹ ਅਗਰ ਮਾਮਲਾ ਹੱਲ ਹੁੰਦਾ ਹੈ ਤੇ ਫਿਰ ਹੀ ਅਸੀਂ ਤੋਕੋ ਕਰਾਂਗੇ ਕਿ ਕਸ਼ੀਦਗੀ ਹੱਲ ਹੋਵੇਗੀ। ਇਹ ਤਾਂ ਸਿੱਧੀ ਗੱਲ ਹੋਊਗੀ, ਕਿਉਂਕਿ ਕਸ਼ੀਦਗੀ ਹੱਲ ਕਰਨ ਦੇ ਪ੍ਰੋਸੈਸ ਹੋਣਗੇ, ਸਟੈਪ ਹੋਣਗੇ, ਅਤੇ ਪਹਿਲਾ ਸਟੈਪ ਇਹ ਹੋਵੇ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹਦੇ ਵਿੱਚ ਰਿਫਾਰਮਸ ਆਉਣ, ਇਲੈਕਸ਼ਨ ਕਮਿਸ਼ਨ ਜਾਂ ਫਾਰਗ ਹੋਵੇ, ਅਸਤੀਫੇ ਦੇਵੇ, ਜਾਂ ਫਿਰ ਸੁਪਰੀਮ ਕੋਰਟ ਪਿੱਛੇ ਹਟੇ, ਇਹ ਹੀ ਹੋ ਸਕਦਾ। ਅਤੇ ਇਸ ਸੂਰਤ ਹਾਲ ਦੇ ਵਿੱਚ ਜਿਹੜਾ ਆਇਨ ਔਰ ਕਾਨੂੰਨ ਦੇ ਮੁਤਾਬਕ ਗੱਲ ਬਣਦੀ ਉਹ ਬਣਦੀ ਕਿ ਸੁਪਰੀਮ ਕੋਰਟ ਦਾ ਫੈਸਲਾ ਆਇਆ ਅਤੇ ਇਲੈਕਸ਼ਨ ਕਮਿਸ਼ਨ ਉਹਦੇ 'ਤੇ ਅਮਲ ਦਰਾਮਦ ਕਰਾਵੇ, ਅਤੇ ਬਾਕੀ ਗੱਲਾਂ ਬਾਅਦ 'ਚ ਨੇ ਕਿ ਪਾਰਲੀਮੈਂਟ 'ਚ ਕੌਣ ਕਿੰਨੀ ਅਕਸਰੀਅਤ ਹੈ। ਇਹ ਮੈਟਰ ਚੀਜ਼ਾਂ ਪਾਕਿਸਤਾਨ ਦੀ ਜਮਹੂਰੀਅਤ 'ਚ ਹਾਲੇ ਸ਼ਾਇਦ ਇਸ ਤਰ੍ਹਾਂ ਨਹੀਂ ਕਰ ਰਹੀਆਂ, ਲੇਕਿਨ ਕਿਤੇ ਨਾ ਕਿਤੇ ਤਾਂ ਅਸੀਂ ਠੀਕ ਕਰਨੀਆਂ ਨੇ ਚੀਜ਼ਾਂ। ਅਤੇ ਹੁਣ ਜਨਾਬ ਇਹ ਸੂਰਤ ਹਾਲ ਤੋਂ ਬਾਅਦ ਅਸੀਂ ਨਵੀਂ ਜਿਹੜੀ ਗੱਲ ਸੁਣਨੇ ਪਏ ਹਾਂ ਉਹ ਆਈਨੀ ਤਰਮੀਮ ਦੀ, ਅਤੇ ਅਗਲੇ ਵਲੋਗ ਦੇ ਵਿੱਚ ਅਸੀਂ ਉਹਦੇ 'ਤੇ ਗੱਲ ਕਰਾਂਗੇ। ਜੀਂਦੇ ਰਹੋ, ਵਸਦੇ ਰਹੋ।